एवरीवन आज है जी डे 15 ऑफ प्रीवियस ईयर्स क्वेश्चन पेपर्स ਜਿਹਦੇ ਵਿੱਚ ਮੈਂ ਲੈ ਕੇ ਆਈ ਹਾਂ ਤੁਹਾਡੇ ਲਈ ਕੁਝ ਨਵੇਂ ਕੁਐਸਚਨਸ ਜਿਹੜੇ ਕਿ ਪੁੱਛੇ ਗਏ ਨੇ ਪਿਛਲੇ ਸਾਲਾਂ ਦੇ ਪੇਪਰਾਂ ਦੇ ਵਿੱਚ ਪੰਜਾਬ ਦੇ PSSB ਬੋਰਡ PPSC ਬੋਰਡ ਹੋਰ ਵੀ ਪੰਜਾਬ ਦੇ ਜਿੰਨੇ ਵੀ ਬੋਰਡ ਨੇ ਜਿਹੜੇ ਕਿ ਐਗਜ਼ਾਮਸ ਕੰਡਕਟ ਕਰਦੇ ਨੇ ਉਹਨਾਂ ਦੇ ਵਿੱਚ ਪੁੱਛੇ ਗਏ ਨੇ ਅੱਜ ਦਾ ਜਿਹੜਾ ਪੇਪਰ ਹੈ ਉਹ ਹੈਗਾ ਹੈ ਜੀ PCS 2015 ਦੇ ਕੁਐਸਚਨਸ ਸਟਾਰਟ ਕਰਦੇ ਹਾਂ ਪਹਿਲੇ ਕੁਐਸਚਨ ਤੋਂ उस तो पहले एक रिक्वेस्ट हैगी कि जेडे पहली बार चैनल ते विजिट कर रहे हैं प्लीज जाके सब्सक्राइब जरूर कर लें ते लाइक जरूर कर दें वीडियो ਨੂੰ सो 70th क्वेश्चन हैगा पेपर ਦਾ on 28 September 2015 India signed $123.51 million loan agreement with Asian Development Bank. The loan will be used for upgrading tourism infrastructure in which of the following states? ਕਹਿੰਦੇ 28 ਸਤੰਬਰ 2015 ਨੂੰ ਇੰਡੀਆ ਨੇ ਸਾਈਨ ਕੀਤਾ ਸੀ ਇੱਕ ਲੋਨ ਐਗਰੀਮੈਂਟ ਲੋਨ ਕਿੰਨੇ ਦਾ ਸੀਗਾ $123.51 ਮਿਲੀਅਨ ਦਾ ਸੀਗਾ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਨਾਲ ਲੋਨ ਐਗਰੀਮੈਂਟ ਹੋਇਆ ਸੀ ਜਿਹੜਾ ਲੋਨ ਦਾ ਪੈਸਾ ਆਣਾ ਸੀ ਉਹ ਯੂਜ਼ ਹੋਣਾ ਸੀ ਅਪਗ੍ਰੇਡ ਕਰਨ ਨੂੰ ਟੂਰਿਜ਼ਮ ਇਨਫਰਾਸਟ੍ਰਕਚਰ ਨੂੰ ਕਿਹੜੀ ਸਟੇਟਸ ਨੂੰ ਤਾਂ ਸਟੇਟਸ ਦੇ ਨਾਮ ਦਿੱਤੇ ਗਏ ਨੇ ਇਹਨਾਂ ਦੇ ਵਿੱਚੋਂ ਆਪਾਂ ਦੇਖਦੇ ਹਾਂ ਕਿ ਕਿਹੜੀ ਸਟੇਟਸ ਲਈ ਯੂਜ਼ ਕੀਤਾ ਸੀਗਾ ਪੰਜਾਬ ਹਿਮਾਚਲ ਪ੍ਰਦੇਸ਼ ਜੰਮੂ ਐਂਡ ਕਸ਼ਮੀਰ ਜਾਂ ਫਿਰ ਉੱਤਰਾਖੰਡ ਸੋ ਇਹ ਜਿਹੜਾ ਲੋਨ ਐਗਰੀਮੈਂਟ ਸਾਈਨ ਹੋਇਆ ਸੀ ਉਹ ਹੋਇਆ ਸੀ ਜੀ ਪੰਜਾਬ ਦੇ ਇਨਫਰਾਸਟ੍ਰਕਚਰ ਨੂੰ ਕਰਨ ਵਾਸਤੇ ਹਿਮਾਚਲ ਪ੍ਰਦੇਸ਼ ਦੇ ਵਾਸਤੇ ਤੇ ਉੱਤਰਾਖੰਡ ਦੇ ਵਾਸਤੇ ਸੋ ਆਪਸ਼ਨ ਆਏਗਾ 1 2 ਐਂਡ 4 that is option B मैच लिस्ट 1 एंड लिस्ट 2 एंड सिलेक्ट द करेक्ट आंसर सो लिस्ट 1 ਦਿੱਤੀ ਗਈ ਹੈ ਜਿਹੜੀ ਕਿ ਮੂਵਮੈਂਟਸ ਦੀ ਦਿੱਤੀ ਹੈ ਲਿਸਟ 2 ਦੇ ਵਿੱਚ ਉਹਨਾਂ ਦੇ ਫਾਊਂਡਰਸ ਦੱਸੇ ਗਏ ਨੇ ਆਪਾਂ ਮੈਚ ਕਰਨਾ ਹੈ ਕਿ ਕਿਹੜੀ ਜਿਹੜੀ ਮੂਵਮੈਂਟ ਹੈ ਕਿੰਨੇ ਫਾਊਂਡ ਕੀਤੀ ਸੀ ਸੋ ਜਿਹੜੀ ਨਾਮਧਾਰੀ ਮੂਵਮੈਂਟ ਹੈਗੀ ਹੈ ਜੀ ਉਹ ਕੀਤੀ ਸੀ ਗੁਰੂ ਬਾਲਕ ਸਿੰਘ ਜੀ ਨੇ ਸੋ ਆਪਾਂ ਇੱਥੋਂ ਦੇਖ ਲੈਂਦੇ ਹਾਂ A ਦਾ 2 ਪਾਰਟ ਕਿੱਚ ਦਿੱਤਾ ਹੋਇਆ ਹੈ ਆਪਸ਼ਨ C ਦੇ ਵਿੱਚ ਦਿੱਤਾ ਹੈ 2 3 4 1 ਇੱਕ ਵਾਰੀ ਚੈੱਕ ਕਰ ਲੈਂਦੇ ਹਾਂ ਨਾਮਧਾਰੀ ਮੂਵਮੈਂਟ ਗੁਰੂ ਬਾਲਕ ਸਿੰਘ ਨਿਰੰਕਾਰੀ ਮੂਵਮੈਂਟ ਦਿਆਲ ਦਾਸ राधा स्वामी मूवमेंट शिवदयाल आर्य समाज बाय दयानंद सरस्वती बिल्कुल सही आ वाला ऑप्शन सही हो जाएगा सो अगर गल करिए गुरु बालक सिंह जी दे तो ये रिलीजियस लीडर हुए ने सिख पीपल दे जे गल करिए आपां दयानंद सरस्वती जी ने जी दी तां इन्हां ने एक स्लोगन दिता सी जिहड़ा कि क्वेश्चन बन के आ सकदा है स्लोगन की सीगा बैक टू वेदास बैक टू वेदास नैक्सट हैगे ने दयालदास जी सीगे इन्हां दा सिर्फ इक्को मिशन सीगा कि जेड़े सिख पीपल हैगे आ उन्हां नू दोबारा वापस लेके आना आदि ग्रंथ ते सिमरन दे पाठ ते जेड़े शिव दयाल सीगे उन्हां ने राधा स्वामी फाउंड कीती सी नैक्सट क्वेश्चन वाल नू चलदे हां A person who is not a member of parliament can be appointed as a minister by the president for a maximum period of कहते ਜਿਹੜਾ ਵਿਅਕਤੀ ਸੰਸਦ ਦਾ ਸਦस्य ਨਹੀਂ ਹੈ ਯਾਨੀ ਕਿ ਪਾਰਲੀਮੈਂਟ ਦਾ ਸਦस्य ਨਹੀਂ ਹੈ ਉਸ ਨੂੰ ਰਾਸ਼ਟਰਪਤੀ ਵੱਧ ਤੋਂ ਵੱਧ ਕਿੰਨੇ ਸਮੇਂ ਲਈ ਮੰਤਰੀ ਨਿਯੁਕਤ ਕਰ ਸਕਦਾ ਹੈ ਸੋ ਇਹਦਾ ਆਨਸਰ ਹੋਏਗਾ 6 ਮੰਥਸ ਲਈ ਆਪਸ਼ਨ ਡੀ 6 ਮੰਥਸ नेक्स्ट क्वेश्चन है कंसीडर द फॉलोइंग कंट्रीज ऑस्ट्रेलिया नमीबिया ब्राजील चाइल्ड थ्रू विच ऑफ द above does the tropic of capricorn pass so ये चार सानू कंट्रीज गिवन ने ਆਪਾਂ ਦੇਖਣਾ ਹੈ ਕਿ ਜਿਹੜਾ ਟ੍ਰੋਪਿਕ ਆਫ ਕੈਪਰੀਕੌਨ ਹੈ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਕੰਟਰੀ ਦੇ ਵਿੱਚੋਂ ਨਿਕਲਦਾ ਹੈ ਸੋ ਇਹਦਾ ਆਨਸਰ ਹੈਗਾ ਹੈ ਜੀ ਆਲ ਆਫ ਦੀ ਅਬਵ ਚਾਰਾਂ ਕੰਟਰੀਜ਼ ਚੋਂ ਨਿਕਲਦਾ ਹੈ ਯਾਨੀ ਕਿ ਆਪਸ਼ਨ ਡੀ 1 2 3 ਐਂਡ 4 ਜਿਹੜਾ ਟ੍ਰੋਪਿਕ ਆਫ ਕੈਪਰੀਕੌਨ ਹੈ ਉਹ ਪਾਸ ਕਰਦਾ ਹੈ ਟੋਟਲ 10 ਕੰਟਰੀਜ਼ ਚੋਂ in 3 continents and 3 water bodies so ਇਹ ਗੱਲ याद रखनी है the tropic of cancer passes through which of the following states so पिछले क्वेश्चन ਦੇ ਵਿੱਚ ਅਸੀਂ ਕੀਤਾ ਸੀ tropic of capricorn ਦੇ ਬਾਰੇ ਹੁਣ क्वेश्चन ਆ ਗਿਆ tropic of cancer ਦੇ ਬਾਰੇ ਇੱਥੇ ਗੱਲ ਹੋ ਰਹੀ ਹੈ ਇੰਡੀਆ ਦੀ ਸਟੇਟਸ ਦੀਆਂ ਕਿ ਇੰਡੀਆ ਦੀ ਸਟੇਟਸ ਦੇ ਵਿੱਚੋਂ ਜਿਹੜਾ ਹੈ ट्रॉपिक ऑफ कैंसर ਕਿਹੜੀ स्टेट्स के थ्रू पास होके जाता है सो जो ट्रॉपिक ऑफ कैंसर ਜਿਹੜਾ ਹੈਗਾ ਹੈ ਉਹ पास इस तरीके ਨਾਲ ਹੁੰਦਾ ਹੈ ਗੁਜਰਾਤ ਦੇ ਵਿੱਚੋਂ ਨਿਕਲਦਾ ਹੈ ਝਾਰਖੰਡ ਦੇ ਵਿੱਚੋਂ ਤੇ ਮਿਜ਼ੋਰਮ ਦੇ ਵਿੱਚੋਂ ਅਸਾਮ ਦੇ ਵਿੱਚੋਂ ਨਹੀਂ ਨਿਕਲਦਾ ਸੋ ਆਪਸ਼ਨ ਏ ਜਿਹੜੇ ਹੈ ਕਰੈਕਟ ਆਨਸਰ ਹੋ ਜਾਏਗਾ ਆਪਸ਼ਨ ਏ 1 2 ਐਂਡ 4 consider the following statements the akali movement started with the objective of freeing the ਗੁਰਦੁਆਰਾਸ from the control of महंts ਕਹਿੰਦੇ ਜਿਹੜੀ ਅਕਾਲੀ ਮੂਵਮੈਂਟ ਸੀਗੀ ਉਹ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਛੁਡਾਉਣ ਲਈ ਸ਼ੁਰੂ ਕੀਤੀ ਗਈ ਸੀ ਬਿਲਕੁਲ ਸਹੀ
ਨੈਕਸਟ ਹੈ ਮਹੰਤਸ ਵਰ ਲੋਇਲ ਟੂ ਦ ਬ੍ਰਿਟਿਸ਼ ਰਿਜਾਈਮ। ਕਹਿੰਦੇ ਜਿਹੜੇ ਮਹੰਤ ਸੀਗੇ ਜਿਨ੍ਹਾਂ ਨੇ ਗੁਰਦੁਆਰਿਆਂ ਉੱਪਰ ਕਬਜ਼ਾ ਕਰਕੇ ਰੱਖਿਆ ਹੋਇਆ ਸੀ ਉਹ ਸ਼ਾਸਨ ਦੇ ਵਫਾਦਾਰ ਸਨ। ਜਿਹੜੇ ਬ੍ਰਿਟਿਸ਼ ਸ਼ਾਸਨ ਦੇ ਵਫਾਦਾਰ ਸੀਗੇ ਉਹ ਬ੍ਰਿਟਿਸ਼ਰਸ ਦੀ ਬਹੁਤ ਮੰਨਦੇ ਹੁੰਦੇ ਸੀ। ਇਹ ਵੀ ਬਿਲਕੁਲ ਸਹੀ ਹੈ, ਤਾਂ ਹੀ ਉਹਨੂੰ ਛੁਡਾਉਣ ਵਾਸਤੇ ਅਕਾਲੀ ਮੂਵਮੈਂਟ ਜਿਹੜੀ ਹੈ ਉਹ ਚਲਾਈ ਗਈ ਸੀ। ਥਰਡ ਹੈਗਾ ਜਨਰਲ ਡਾਇਰ the perpetrator of Jallianwala massacre was honored in the golden temple। ਕਹਿੰਦੇ ਜਿਹੜਾ ਜਨਰਲ ਡਾਇਰ ਸੀਗਾ ਉਹਨੂੰ ਗੋਲਡਨ ਟੈਂਪਲ ਦੇ ਵਿੱਚ ਸਨਮਾਨ ਉਹਦਾ ਕੀਤਾ ਗਿਆ ਸੀ। ਜਲਿਆਂਵਾਲਾ ਹੱਤਿਆਕਾਂਡ ਦੇ ਦੋਸ਼ੀ ਜਿਹੜੇ ਜਨਰਲ ਡਾਇਰ ਸੀਗਾ ਉਹਨੂੰ ਸਵਰਨ ਮੰਦਿਰ ਵਿੱਚ ਸਨਮਾਨਿਆ ਗਿਆ ਸੀ, ਯਾਨੀ ਕਿ ਉਹਨੂੰ ਪੁਰਸਕਾਰ ਦਿੱਤਾ ਗਿਆ ਸੀਗਾ। ਇਹ ਵੀ ਬਿਲਕੁਲ ਸਹੀ ਗੱਲ ਹੈਗੀ ਹੈ। ਸੋ ਆਲ ਆਫ ਦ ਅਬਵ ਆਏਗਾ ਇਹਦਾ ਆਂਸਰ। ਸਾਰੀਆਂ ਸਟੇਟਮੈਂਟਸ ਜਿਹੜੀਆਂ ਹੈ ਉਹ ਸਹੀ ਨੇ। ਸੋ ਆਪਸ਼ਨ ਡੀ ਆਲ ਆਫ ਦ ਅਬਵ। which of the following were associated with the peasant movement in ਪੰਜਾਬ। ਕਹਿੰਦੇ ਪੰਜਾਬ ਦੇ ਵਿੱਚ ਇੱਕ peasant movement ਚਲਾਈ ਗਈ ਸੀ। ਉਹਦੇ ਨਾਲ ਸੰਬੰਧ ਕਿਹਦਾ ਸੀਗਾ ਇਹਨਾਂ ਚਾਰਾਂ ਦੇ ਵਿੱਚੋਂ। ਸੋ ਬਾਬਾ ਸੋਹਨ ਸਿੰਘ, ਬਾਬਾ ਰੂੜ ਸਿੰਘ, ਤੇਜਾ ਸਿੰਘ ਸਵੰਤਰ, ਵਾਧਵਾ ਰਾਮ। ਸੋ ਇਹਨਾਂ ਦੇ ਵਿੱਚੋਂ ਜਿਹੜਾ ਸੀਗਾ ਸਾਰਿਆਂ ਦਾ ਸੰਬੰਧ ਸੀਗਾ peasant movement ਦੇ ਨਾਲ। ਨੈਕਸਟ ਕੁਐਸਚਨ ਹੈ ਪੋਲੀਟੀਕਲ ਡੈਮੋਕ੍ਰੇਸੀ ਇਜ਼ ਐਸੋਸੀਏਟਡ ਵਿਦ। ਕਹਿੰਦੇ ਪੋਲੀਟੀਕਲ ਡੈਮੋਕ੍ਰੇਸੀ ਜਿਹਨੂੰ ਕਿ ਅਸੀਂ ਸਿਆਸੀ ਲੋਕ ਰਾਜ ਵੀ ਕਹਿੰਦੇ ਆ ਉਹ ਇਹਨਾਂ ਦੇ ਨਾਲ ਕਿਹਨਾਂ ਨਾਲ ਸੰਬੰਧ ਰੱਖਦਾ ਹੈ। ਸੋ ਇਹਦਾ ਆਂਸਰ ਆਏਗਾ ਆਪਸ਼ਨ ਬੀ ਸਰਤੋਰੀ, ਜਿਨ੍ਹਾਂ ਦਾ ਪੂਰਾ ਨਾਮ ਜਿਹੜਾ ਸੀਗਾ ਉਹ ਸੀ ਜਿਓਵਨੀ ਸਰਤੋਰੀ, ਜਿਹੜੀ ਕਿ ਇਟਾਲੀਅਨ ਪੋਲੀਟੀਕਲ ਸਾਇੰਟਿਸਟ ਸੀ। ਇਟਾਲੀਅਨ ਪੋਲੀਟੀਕਲ ਸਾਇੰਟਿਸਟ ਸੀਗੀ। ਨਾਲ ਦੇ ਨਾਲ ਇਹਨਾਂ ਨੇ ਸਟੱਡੀ ਕੀਤੀ ਸੀ ਡੈਮੋਕ੍ਰੇਸੀ ਬਾਰੇ। The practice of appointing government servants from and by the political parties victorious at the polls result in। ਕਹਿੰਦੇ ਚੁਣਾਵ ਵਿੱਚ ਜੇਤੂ ਸਿਆਸੀ ਪਾਰਟੀਆਂ ਵੱਲੋਂ ਅਤੇ ਵਿੱਚੋਂ ਸਰਕਾਰੀ ਅਧਿਕਾਰੀ ਨਿਯੁਕਤ ਕੀਤੇ ਜਾਣ ਨਾਲ ਕੀ ਹੁੰਦਾ ਹੈ। ਸੋ ਉਹਦੇ ਨਾਲ ਸਪੋਇਲ ਸਿਸਟਮ ਹੁੰਦਾ ਹੈ ਜਿਹਨੂੰ ਕਿ ਪੈਟਰੋਨੇਜ ਸਿਸਟਮ ਵੀ ਕਿਹਾ ਜਾਂਦਾ ਹੈ। ਪੈਟਰੋਨੇਜ ਸਿਸਟਮ ਵੀ ਕਿਹਾ ਜਾਂਦਾ ਹੈ। ਨੈਕਸਟ ਹੈ ਟ੍ਰਾਂਜੀਸ਼ਨ ਜ਼ੋਨ ਬਿਟਵੀਨ ਟੂ ਇਕੋਸਿਸਟਮ ਇਜ਼ ਕੋਲਡ। ਕਹਿੰਦੇ ਜਿਹੜਾ ਟ੍ਰਾਂਜੀਸ਼ਨ ਜ਼ੋਨ ਹੁੰਦਾ ਹੈ ਦੋ ਇਕੋਸਿਸਟਮਸ ਦੇ ਵਿਚਕਾਰ ਉਹਨੂੰ ਕੀ ਕਹਿੰਦੇ ਨੇ, ਉਹਨੂੰ ਕਹਿੰਦੇ ਨੇ ਆਪਸ਼ਨ ਬੀ ਇਕੋਟੋਨ। ਜਿਵੇਂ ਕਿ ਫੋਰੈਸਟ, ਐਗਜ਼ਾਮਪਲ ਦੇ ਤੌਰ ਤੇ ਫੋਰੈਸਟ ਤੇ ਗ੍ਰਾਸਲੈਂਡ ਦੇ ਵਿੱਚ ਇਕੋਟੋਨ ਹੋਏਗਾ। Due to improper disposal of used computers or their parts, which of the following are released into the environment। ਕਹਿੰਦੇ ਜਦੋਂ ਕਿ used computers ਨੂੰ improper disposal ਹੁੰਦਾ ਹੈ, ਆਪਾਂ ਉਹਨਾਂ ਨੂੰ burn ਕਰਕੇ ਜਲਾ ਦਿੰਦੇ ਆ ਤੇ ਉਹਦੇ parts ਜਿਹੜੇ ਹੁੰਦੇ ਨੇ ਉਹਨਾਂ ਨੂੰ burn ਕਰ ਦਿੰਦੇ ਆ ਤੇ ਉਸ ਵੇਲੇ ਕਿਹੜੇ chemicals ਜਿਹੜੇ ਨੇ ਉਹ environment ਦੇ ਵਿੱਚ ਫੈਲ ਜਾਂਦੇ ਨੇ। ਸੋ ਉਸ ਵੇਲੇ ਬੈਰੀਲੀਅਮ ਐਂਡ ਕੈਡਮੀਅਮ, क्रोमियम एंड मरकरी, लेड, ਇਹ ਪੰਜੋ ਦੇ ਪੰਜੋ ਜਿਹੜੇ ਨੇ ਉਹ ਫੈਲਦੇ ਨੇ। ਸੋ ਆਪਸ਼ਨ ਡੀ ਆਲ ਆਫ ਦ ਅਬਵ। ਜਦੋਂ ਆਪਾਂ ਜਿਹੜੇ ਯੂਜ਼ਡ ਕੰਪਿਊਟਰਸ ਹੁੰਦੇ ਆ ਬੇਕਾਰ ਹੋ ਗਏ ਹੁੰਦੇ ਆ ਉਹਨਾਂ ਨੂੰ ਚਲਾਉਂਦੇ ਆ ਉਸ ਵੇਲੇ ਕੈਂਸਰ ਪ੍ਰੋਡਿਊਸਿੰਗ ਡਾਇਆਕਸਿਨਸ ਜਿਹੜੇ ਹੁੰਦੇ ਨੇ ਉਹ ਰਿਲੀਜ਼ ਹੁੰਦੇ ਨੇ ਇਨਵਾਇਰਨਮੈਂਟ ਦੇ ਵਿੱਚ, ਜਿਹੜੇ ਕਿ ਇੱਕ ਹਿਊਮਨ ਬੀਇੰਗ ਜਿਹੜਾ ਹੈ ਉਹ 에ਅਰ ਦੇ ਥਰੂ ਆਪਣੇ ਅੰਦਰ ਬਰੀਥ ਇਨ ਕਰ ਲੈਂਦਾ ਹੈ, ਜਿਹੜੇ ਕਿ ਸਾਡੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੁੰਦੇ ਨੇ। 82nd ਕੁਐਸਚਨ, which factor most enabled Japan to rebuild and modernize rapidly after World War II। ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਫੈਕਟਰ ਜਿਹੜਾ ਹੈਗਾ ਹੈ ਉਹਨੇ ਜਾਪਾਨ ਨੂੰ ਹੈਲਪ ਕੀਤੀ ਰੀਬਿਲਡ ਤੇ ਮਾਡਰਨਾਈਜ਼ ਛੇਤੀ ਹੋਣ ਲਈ ਵਰਲਡ ਵਾਰ 2 ਤੋਂ ਬਾਅਦ। ਸੋ ਉਹ ਹੈਗਾ ਹੈ ਜੀ ਅ ਵੈਲ ਟ੍ਰੇਨਡ ਵਰਕਫੋਰਸ। ਆਪਸ਼ਨ ਡੀ ਇਹਦਾ ਸਹੀ ਆਂਸਰ ਹੋਏਗਾ। ਜਾਪਾਨ ਜਿਹੜਾ ਹੈ ਉਹ ਰਿੰਗ ਆਫ ਫਾਇਰ ਤੇ ਪੈਸੀਫਿਕ ਓਸ਼ਨ ਤੇ ਲੋਕੇਟ ਕਰਦਾ ਹੈ, ਪੈਸੀਫਿਕ ਓਸ਼ਨ ਐਂਡ ਨੀਅਰ ਆਫ ਰਿੰਗ ਆਫ ਫਾਇਰ। ਉਸ ਤੋਂ ਬਾਅਦ 83rd ਕੁਐਸਚਨ, ਵਿਚ ਆਫ ਦ ਫੋਲੋਇੰਗ ਆਰ ਇੰਡੀਅਨ ਇੰਡੇਂਜਰਡ ਫੋਨਾ। ਇੰਡੇਂਜਰਡ ਫੋਨਾ ਕਿਹੜੇ ਨੇ ਇੰਡੀਆ ਦੇ ਵਿੱਚ ਜਿਹੜੇ ਕਿ ਡੇਂਜਰ ਤੇ ਨੇ ਐਕਸਟਿੰਕਟ ਹੋਣ ਦੇ। ਗੈਂਗੇਟਿਕ ਡੋਲਫਿਨ ਇਹ ਵੀ ਹੈ, ਬੇਸਿਨ ਬੈਲਿਨ ਵੇਲਸ ਇਹ ਵੀ ਨੇ, ਵਾਈਲਡ ਡੌਗਸ ਵੀ ਨੇ। ਸੋ ਆਲ ਆਫ ਥੀਜ਼ ਇਹਦਾ ਆਂਸਰ ਆ ਜਾਏਗਾ। ਨੈਕਸਟ, ਸਾਇਲੈਂਟ ਵੈਲੀ ਦ ਬਾਇਓਡਾਇਵਰਸਿਟੀ ਹੌਟਸਪੌਟ ਇਜ਼ ਸਿਚੁਏਟਡ ਇਨ। ਕਹਿੰਦੇ ਜਿਹੜਾ ਸਾਇਲੈਂਟ ਵੈਲੀ ਬਾਇਓਡਾਇਵਰਸਿਟੀ ਹੌਟਸਪੌਟ ਹੈ ਉਹ ਕਿੱਥੇ ਹੈ। ਸੋ ਉਹ ਹੈਗਾ ਆਪਸ਼ਨ ਸੀ ਕੇਰਲਾ ਦੇ ਵਿੱਚ। ਹੁਣ ਅਗਰ ਬਾਇਓਡਾਇਵਰਸਿਟੀ ਹੌਟਸਪੌਟ ਦੀ ਗੱਲ ਕੀਤੀ ਜਾਵੇ ਤਾਂ ਇੰਡੀਆ ਦੇ ਵਿੱਚ ਟੋਟਲ 4 ਨੇ। ਪਹਿਲਾ ਹੈਗਾ ਹਿਮਾਲਿਆਸ, ਦੂਸਰਾ ਇੰਡੋ ਬਰਮਾ ਰੀਜਨ, ਤੀਸਰਾ ਵੈਸਟਰਨ ਘਾਟਸ ਤੇ ਚੌਥਾ ਸੁੰਦਰਲੈਂਡ। ਸੋ ਜਿਹੜਾ ਸਾਇਲੈਂਟ ਵੈਲੀ ਹੈ ਉਹ ਪਾਰਟ ਹੈਗਾ ਵੈਸਟਰਨ ਘਾਟਸ ਦਾ ਜਿਹੜਾ ਕਿ ਕੇਰਲਾ ਦੇ ਵਿੱਚ ਹੈ।
Fundamental duties were incorporated in the constitution of the recommendation of, ਕਹਿੰਦੇ ਜਿਹੜੇ ਫੰਡਾਮੈਂਟਲ ਡਿਊਟੀਜ਼ ਨੇ ਕਿਸ ਦੀ ਸਿਫਾਰਿਸ਼ ਤੇ ਸ਼ਾਮਿਲ ਕੀਤੀਆਂ ਗਈਆਂ ਨੇ। ਸੋ ਉਹ ਹੈਗੇ ਆ ਜੀ ਸਵਰਨ ਸਿੰਘ ਕਮੇਟੀ, ਆਪਸ਼ਨ ਡੀ स्वर्ण सिंह कमेटी। नेक्स्ट क्वेश्चन है इन विच ऑफ द फॉलोइंग कैटेगरीज ऑफ प्रोटेक्टेड एरियाज इन इंडिया द लोकल पीपल आर नॉट अलाउड टू कलेक्ट एंड यूज द बायोमास। ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੀ ਕੈਟਾਗਰੀਜ਼ ਨੇ ਪ੍ਰੋਟੈਕਟਡ ਏਰੀਆਜ਼ ਦੇ ਵਿੱਚ ਇੰਡੀਆ ਦੇ ਜਿਹੜੇ ਕਿ ਲੋਕਲ ਪੀਪਲ ਜਿੱਥੇ ਅਲਾਉਡ ਨਹੀਂ ਹੈ ਜਿਨ੍ਹਾਂ ਨੂੰ ਕਲੈਕਟ ਕਰਨ ਦਾ ਤੇ ਯੂਜ਼ ਕਰਨ ਦਾ ਬਾਇਓਮਾਸ ਨੂੰ। ਸੋ ਉਹ ਹੈਗੇ ਨੇ ਨੈਸ਼ਨਲ ਪਾਰਕਸ, ਆਪਸ਼ਨ ਬੀ ਨੈਸ਼ਨਲ ਪਾਰਕ। The Dinesh Goswami Committee was concerned with, ਕਹਿੰਦੇ ਜਿਹੜੀ ਦਿਨੇਸ਼ ਗੋਸਵਾਮੀ ਕਮੇਟੀ ਹੈਗੀ ਹੈ ਉਸ ਦਾ ਸੰਬੰਧ ਇਹਨਾਂ ਦੇ ਵਿੱਚ ਕਿਹਦੇ ਨਾਲ ਹੈ? ਸੋ ਉਹਦਾ ਸੰਬੰਧ ਹੈਗਾ ਇਲੈਕਟੋਰਲ ਰਿਫਾਰਮਸ ਦੇ ਨਾਲ। ਸੋ ਇਹ ਜਿਹੜੀ ਦਿਨੇਸ਼ ਗੋਸਵਾਮੀ ਕਮੇਟੀ ਹੈਗੀ ਹੈ ਇਹ ਕਦੋਂ ਫਾਰਮੇਸ਼ਨ ਹੋਈ ਸੀ ਇਹਦੀ? 1990 ਦੇ ਵਿੱਚ। Next question, the Supreme Court of India tenders advice to the President on a matter of law or fact। ਕਹਿੰਦੇ ਭਾਰਤ ਦੀ ਸੁਪਰੀਮ ਕੋਰਟ ਕਾਨੂੰਨ ਜਾਂ ਤੱਥ ਦੇ ਮਾਮਲੇ ਤੇ ਰਾਸ਼ਟਰਪਤੀ ਨੂੰ ਸਲਾਹ ਕਦੋਂ ਦਿੰਦੀ ਹੈ? ਸੋ ਆਪਸ਼ਨਸ ਦੇਖ ਲੈਂਦੇ ਆ। ਔਨ ਇਟਸ ਓਨ ਇਨੀਸ਼ੀਏਟਿਵ, ਜਦੋਂ ਆਪ ਪਹਿਲ ਕਰਕੇ, ਜਾਂ ਫਿਰ ਓਨਲੀ ਇਫ ਹੀ ਸੀਕਸ ਸਚ ਐਡਵਾਈਸ, ਜਦੋਂ ਰਾਸ਼ਟਰਪਤੀ ਦੇ ਸਲਾਹ ਮੰਗਣ ਦੇ ਮਤਲਬ ਜਦੋਂ ਰਾਸ਼ਟਰਪਤੀ ਸਲਾਹ ਮੰਗੇ ਉਸੇ ਵੇਲੇ ਸੁਪਰੀਮ ਕੋਰਟ ਜਿਹੜੀ ਹੈ ਇੰਡੀਆ ਦੀ ਉਹ ਐਡਵਾਈਸ ਦਿੰਦੀ ਹੈ ਪ੍ਰੈਜ਼ੀਡੈਂਟ ਨੂੰ। ਸੋ ਤੀਸਰਾ ਹੈ only if the matter relates to the fundamental rights of the citizen, ये नहीं है। only if the issue poses a threat to the unity and integrity of the country, ये भी नहीं है। so first जेड़ा है इनिशिएटिव खुद नहीं करता सुप्रीम कोर्ट कभी भी, अगर जेड़ा प्रेसिडेंट है वो सलाह मंगे उसी वेले ही सुप्रीम कोर्ट जेड़ा है वो सलाह दिंदा है। सो ऑप्शन बी ए आर्टिकल नंबर अंडर आर्टिकल 143 ਦੇ ਵਿੱਚ ਲਿਖਿਆ ਗਿਆ ਹੈ ਜਿਹਨੂੰ ਕਹਿੰਦੇ ਐਡਵਾਈਜ਼ਰੀ ਜੁਰਿਸਡਿਕਸ਼ਨ। ਨੈਕਸਟ ਹੈ ਦ ਮੈਂਬਰਸ ਆਫ ਦ ਕਨਸਟੀਟਿਊਐਂਟ ਅਸੈਂਬਲੀ ਵਿਚ ਡਿਫੀਟਡ ਦ ਕਨਸਟੀਟਿਊਐਂਟ ਆਫ ਇੰਡੀਆ ਵਰ, ਕਹਿੰਦੇ ਜਿਹੜੇ ਭਾਰਤ ਦੀ ਸੰਵਿਧਾਨ ਲਿਖਣ ਵਾਲੀ ਸੰਵਿਧਾਨਕ ਸਭਾ ਦੇ ਮੈਂਬਰ ਨੋਮੀਨੇਟਡ ਬਾय ਦ ਬ੍ਰਿਟਿਸ਼ ਪਾਰਲੀਮੈਂਟ, ਨੋਮੀਨੇਟ ਕੀਤੇ ਗਏ ਸੀ ਬ੍ਰਿਟਿਸ਼ ਪਾਰਲੀਮੈਂਟ ਦੇ ਦੁਆਰਾ। ਨੈਕਸਟ ਨੋਮੀਨੇਟ ਕੀਤੇ ਗਏ ਸੀ ਗਵਰਨਰ ਜਨਰਲ ਦੇ ਦੁਆਰਾ। इलेक्टेड बाय द लेजिस्लेटिव असेंबली ऑफ वेरियस प्रोविंसेस, ये बिल्कुल सही है। इलेक्टेड बाय इंडियन नेशनल कांग्रेस एंड मुस्लिम लीग, ये भी गलत है। तो ऑप्शन सी जेड़ा है इहदा आंसर हो जाएगा, इलेक्टेड बाय द लेजिस्लेटिव असेंबलीज ऑफ वेरियस प्रोविंसेस। मैच लिस्ट 1 एंड लिस्ट 2 एंड सिलेक्ट द करेक्ट आंसर। सो इत्थे लिस्ट 1 दित्ती गई है, लिस्ट 2 दित्ती गई है, मैच करना है आपस दे विच। लू जेड़ा है वो राजस्थान दे विच है, ਜਿਹੜਾ ਕਿ ਹੌਟ ਡਰਾਈ ਵਿੰਡਸ ਨੇ ਰਾਜਸਥਾਨ ਤੋਂ ਵੈਸਟਰਨ ਯੂਪੀ ਵੱਲ ਨੂੰ ਜਾਂਦੀਆਂ ਨੇ, ਹੌਟ ਡਰਾਈ ਵਿੰਡਸ। ਰਾਜਸਥਾਨ ਤੋਂ ਯੂਪੀ ਵਾਲੀ ਸਾਈਡ ਨੂੰ ਜਾਂਦੀਆਂ ਨੇ। ਦੂਸਰਾ ਹੈ ਕਾਲ ਬੈਸਾਖੀ ਜਿਹੜਾ ਕਿ ਵੈਸਟ ਬੰਗਾਲ ਦੇ ਵਿੱਚ ਹੈ। ਕਾਲ ਬੈਸਾਖੀ ਜਿਹੜਾ ਉਹ ਥੰਡਰਸਟੋਮ ਹੈ ਵੈਸਟ ਬੰਗਾਲ ਤੇ ਅਸਾਮ ਦੇ ਵਿੱਚ, ਥੰਡਰਸਟੋਮ ਦੀ ਗੱਲ ਹੋ ਰਹੀ ਹੈ ਇੱਥੇ। ਨੈਕਸਟ ਹੈ ਮੈਂਗੋ ਸ਼ਾਵਰਸ, ਮੈਂਗੋ ਸ਼ਾਵਰਸ ਜਿਹੜੇ ਨੇ ਉਹ ਨੇ ਕੇਰਲਾ ਦੇ ਵਿੱਚ ਜਿਹੜੇ ਕਿ ਗਰੋਥ ਆਫ ਮੈਂਗੋਸ ਨੂੰ ਲੈ ਕੇ ਹੈ। ਫੋਰਥ ਹੈਗਾ ਵਿੰਟਰ ਰੇਨਫੋਲ ਜਿਹੜਾ ਕਿ ਤਮਿਲਨਾਡੂ ਦੇ ਵਿੱਚ ਹੈ, ਜਿਹੜਾ ਤਮਿਲਨਾਡੂ ਹੈ ਰਿਸੀਵ ਕਰਦਾ ਰੇਨਫੋਲ ਵਿੰਟਰਸ ਦੇ ਵਿੱਚ ਬਿਕੋਜ਼ ਆਫ ਦ ਰਿਟਰੀਟਿੰਗ ਮੌਨਸੂਨ, ਮੌਨਸੂਨ ਦੇ ਕਰਕੇ। ਸੋ ਇਹਦਾ ਆਨਸਰ ਹੋਏਗਾ ਆਪਸ਼ਨ ਏ 4123। ਲੂ ਜਿਹੜਾ ਹੈ ਰਾਜਸਥਾਨ, ਕਾਲ ਬੈਸਾਖੀ वेस्ट बंगाल, मैंगो शावर्स केरला और विंटर रेनफॉल तमिलनाडु। सो आई होप जिन्ने क्वेश्चन आज कीते ने समझ आए होंगे। थैंक यू सो मच, मिलते हैं नेक्स्ट वीडियो दे विच, तद तक पढ़ते रहो और सबसक्राइब जरूर कर दियो चैनल को।